ਇਨਕਮ ਟੈਕਸ ਵਿਭਾਗ ਦੇ ਨਵੇਂ ਪੋਰਟਲ ਵਿੱਚ ਤਕਨੀਕੀ ਦਿੱਕਤ। ਲੁਧਿਆਣਾ ਵਿੱਚ ਸੀਏ ਐਸੋਸੀਏਸ਼ਨ ਨੇ ਪ੍ਰੈਸ ਕਾਨਫਰੰਸ ਕਰ ਜਾਰੀ ਕੀਤਾ ਰੋਸ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਏ ਰਾਜੀਵ ਸ਼ਰਮਾ ਅਤੇ ਰਵੀਕਾਂਤ ਗੁਪਤਾ ਨੇ ਕਿਹਾ ਕਿ ਇਨਕਮ ਟੈਕਸ ਵਿਭਾਗ ਵੱਲੋਂ ਨਵਾਂ ਪੋਰਟਲ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਈ ਪ੍ਰਕਾਰ ਦੀਆਂ ਤਕਨੀਕੀ ਖਰਾਬੀਆਂ ਹਨ, ਜਿਸ ਕਾਰਨ ਜਿੱਥੇ ਸੀਏ ਨੂੰ ਟੈਕਸ ਭਰਨ 'ਚ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ, ਉੱਥੇ ਹੀ ਕਰ ਉਪਭੋਗਤਾਵਾਂ ਨੂੰ ਵੀ ਕਾਫੀ ਦਿੱਕਤਾਂ ਆ ਰਹੀਆਂ ਹਨ, ਕਿਉਂਕਿ ਇਸ ਨਾਲ ਉਹ ਸਮੇਂ ਸਿਰ ਆਪਣਾ ਕੰਮ ਨਹੀਂ ਕਰ ਪਾ ਰਹੇ, ਜਿਸ ਕਾਰਨ ਉਹਨਾਂ ਨੂੰ ਲੋਨ ਲੈਣ, ਸਟੱਡੀ ਵੀਜ਼ੇ 'ਤੇ ਬਾਹਰ ਜਾਣ ਜਾਂ ਕੋਈ ਹੋਰ ਰੋਜ਼ਗਾਰ ਆਦਿ ਸ਼ੁਰੂ ਕਰਨ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੁਰਾਣੇ ਪੋਰਟਲ ਵਿੱਚ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਸੀ। ਵਿਭਾਗ ਵੱਲੋਂ ਨਵੇਂ ਪੋਰਟਲ ਨੂੰ ਜਲਦਬਾਜ਼ੀ ਦੇ ਵਿੱਚ ਲਾਂਚ ਕੀਤਾ ਗਿਆ ਹੈ, ਜਿਸ ਕਾਰਨ ਕਈ ਖਾਮੀਆਂ ਹਨ। ਉਹਨਾਂ ਨੇ ਕਿਹਾ ਕਿ ਇਹ ਸਰਕਾਰ ਪਹਿਲਾਂ ਵੀ ਜਲਦਬਾਜ਼ੀ ਦੇ ਵਿੱਚ ਕਈ ਫੈਸਲੇ ਲੈ ਚੁੱਕੀ ਹੈ, ਜਿਸ ਦਾ ਨੁਕਸਾਨ ਬਾਅਦ ਵਿੱਚ ਭੁਗਤਣਾ ਪਿਆ ਹੈ। ਉਹਨਾਂ ਨੇ ਕੇਂਦਰ ਸਰਕਾਰ ਅਤੇ ਇਨਕਮ ਟੈਕਸ ਡਿਪਾਰਟਮੈਂਟ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਤਕਨੀਕੀ ਖਾਮੀਆਂ ਨੂੰ ਜਲਦ ਦੂਰ ਕੀਤਾ ਜਾਵੇ, ਤਾਂ ਕਿ ਜੋ ਟੈਕਸ ਪ੍ਰੋਫੈਸ਼ਨਲ ਅਤੇ ਕਰ ਉਪਭੋਗਤਾ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦੇ ਤਕਨੀਕੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਹਾਂਜੀ, ਮੈਂ ਅੱਜ ਇੱਥੇ ਤੁਹਾਡੇ ਚੈਨਲ ਦੇ ਦੁਆਰਾ ਸੀਏ ਰਾਜੀਵ ਸ਼ਰਮਾ ਜਿਹੜਾ ਕਿ ਇਸ ਐਸੋਸੀਏਸ਼ਨ ਦਾ ਵਾਈਸ ਪ੍ਰਧਾਨ ਹੈ, ਮੇਰੇ ਨਾਲ ਖੜੇ ਨੇ ਸੀਏ ਰਵੀਕਾਂਤ ਗੁਪਤਾ ਜੀ ਜਿਹੜੇ ਸਕੱਤਰ ਨੇ। ਸਾਡੀ ਡਿਸਟ੍ਰਿਕਟ ਟੈਕਸੇਸ਼ਨ ਬਾਰ ਐਸੋਸੀਏਸ਼ਨ ਜਿਹੜੀ 1981 ਦੇ ਵਿੱਚ ਸਥਾਪਿਤ ਹੋਈ ਸੀ। ਸਾਡਾ ਪੂਰਾ ਫਰਜ਼ ਬਣਦਾ ਕਿ ਅਸੀਂ ਜਿਹੜੇ ਆਪਣੇ ਮੈਂਬਰ ਚਾਰਟਰਡ ਅਕਾਊਂਟੈਂਟਸ, ਐਡਵੋਕੇਟਸ ਔਰ ਟੈਕਸ ਪ੍ਰੋਫੈਸ਼ਨਲਸ ਨੇ, ਉਹਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਅਸੀਂ ਅੱਗੇ ਅਧਿਕਾਰੀਆਂ ਤੱਕ ਔਰ ਮਿਨਿਸਟਰੀਜ਼ ਤੱਕ ਪਹੁੰਚਾਈਏ। ਅੱਜ ਦੀ ਪ੍ਰੈਸ ਕਾਨਫਰੰਸ ਦਾ ਸਾਡਾ ਜਿਹੜਾ ਮੁੱਖ ਮੁੱਦਾ ਇਹ ਹੈ ਕਿ ਇਨਕਮ ਟੈਕਸ ਡਿਪਾਰਟਮੈਂਟ ਦੁਆਰਾ ਇੱਕ ਇਨਕਮ ਟੈਕਸ ਦਾ ਨਵਾਂ ਪੋਰਟਲ ਜਾਰੀ ਕੀਤਾ ਗਿਆ ਹੈ, ਪਰ ਉਹ ਪੋਰਟਲ ਕੰਮ ਨਹੀਂ ਕਰ ਰਿਹਾ। ਉਸ ਪੋਰਟਲ ਦੇ ਕੰਮ ਨਾ ਕਰਨ ਨਾਲ ਨਾ ਤਾਂ ਅਸੀਂ ਆਪਣੀਆਂ ਰਿਟਰਨਾਂ ਭਰ ਰਹੇ ਹਾਂ, ਅਸੈਸਿਸ ਦੀਆਂ ਭਰ ਪਾ ਰਹੇ ਹਾਂ, ਨਾ ਹੀ ਸਾਨੂੰ ਪੁਰਾਣੀਆਂ ਰਿਟਰਨਾਂ ਦੇ ਰਿਫੰਡ ਆ ਪਾ ਰਹੇ ਨੇ। ਜੇ ਸਾਨੂੰ ਕੋਈ ਇਨਕਮ ਟੈਕਸ ਤੋਂ ਨੋਟਿਸ ਆਉਂਦਾ ਹੈ, ਅਸੀਂ ਉਹਦਾ ਜਵਾਬ ਫਾਈਲ ਨਹੀਂ ਕਰ ਪਾ ਰਹੇ, ਅਸੀਂ ਕੋਈ ਅਪੀਲ ਫਾਈਲ ਨਹੀਂ ਕਰ ਪਾ ਰਹੇ। ਜਿਹੜੇ ਅਸੀਂ ਪਹਿਲਾਂ ਜਵਾਬ ਫਾਈਲ ਕੀਤੇ ਨੇ ਉਹ ਸਾਡੇ ਪੋਰਟਲ ਤੇ ਦਿਖਾਈ ਨਹੀਂ ਦੇ ਰਹੇ। ਜੇ ਕੋਈ ਪਾਸਵਰਡ ਆਪਣਾ ਰੀਸੈਟ ਕਰਨਾ ਚਾਹੁੰਦਾ ਤਾਂ ਉਹ ਪਾਸਵਰਡ ਰੀਸੈਟ ਨਹੀਂ ਹੋ ਪਾ ਰਿਹਾ। ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂਗਾ ਕਿ ਮੁੱਖ ਮੁੱਦਾ ਇਹ ਹੈ ਕਿ ਅਸੀਂ ਆਪਣੀ ਪ੍ਰੈਕਟਿਸ ਦੇ ਵਿੱਚ ਇਨਕਮ ਟੈਕਸ ਦੇ ਮੁਤਲਕ ਤਕਰੀਬਨ ਕੋਈ ਵੀ ਕੰਮ ਨਹੀਂ ਕਰ ਪਾ ਰਹੇ ਹਾਂ। ਹੁਣ ਜ਼ਰੂਰਤ ਇਹ ਹੈ ਕਿ ਕਰਦਾਤਾ ਜਿਨ੍ਹਾਂ ਨੂੰ ਇਹ ਸਮੱਸਿਆਵਾਂ ਆ ਰਹੀਆਂ ਨੇ, ਜੇ ਕੋਈ ਰਿਟਰਨ ਨਹੀਂ ਭਰੇਗਾ ਤਾਂ ਉਹ ਫੋਰਨ ਦੇ ਵਿੱਚ ਸਟੱਡੀ ਵੀਜ਼ੇ 'ਤੇ ਜਾਣਾ ਚਾਹੁੰਦਾ ਤਾਂ ਬਿਨਾਂ ਰਿਟਰਨ ਭਰਨ ਤੋਂ ਨਹੀਂ ਜਾ ਸਕਦਾ, ਆਪਣਾ ਬੈਂਕ ਲੋਨ ਅਪਲਾਈ ਨਹੀਂ ਕਰ ਸਕਦਾ। ਔਰ ਸਰਕਾਰ ਦੀ ਜਿਹੜੀ ਟੈਕਸ ਕਲੈਕਸ਼ਨ ਹੈ, ਜਿਹੜੀ ਹਰ ਮੰਥ ਪ੍ਰੋਪਰ ਹੋਣੀ ਚਾਹੀਦੀ ਹੈ, ਉਹ ਨਹੀਂ ਹੋ ਪਾ ਰਹੀ। ਜਿਨ੍ਹਾਂ ਨੂੰ TDS ਦੇ ਰਿਫੰਡ ਆਣੇ ਨੇ ਆਪਣੇ ਇਨਕਮ ਟੈਕਸ ਦੇ, ਉਹ ਨਹੀਂ ਆ ਪਾ ਰਹੇ, ਅਤੇ ਪੂਰਾ ਇੱਕ ਸਿਸਟਮ ਸਾਡਾ ਹਿੱਲਿਆ ਪਿਆ। ਅਤੇ ਸਾਡੀ ਕੋਸ਼ਿਸ਼ ਇਹ ਹੈ, ਅਸੀਂ ਇੱਥੇ ਮਾਨਯੋਗ ਅਧਿਕਾਰੀ ਸਾਹਿਬ ਨਾਲ ਵੀ ਗੱਲ ਕੀਤੀ, ਅਸੀਂ ਹੁਣ ਆਪਣਾ ਇੱਕ ਮੈਮੋਰੈਂਡਮ ਮਾਨਯੋਗ ਚੀਫ ਕਮਿਸ਼ਨਰ ਸਾਹਿਬ ਦੇ ਥਰੂ ਔਰ ਡਾਇਰੈਕਟ ਵੀ ਆਪਣੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀ ਨੂੰ ਔਰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਉੱਥੇ ਸਾਨੂੰ ਪੂਰੀ ਉਮੀਦ ਹੈ ਕਿ ਤੁਹਾਡੇ ਮੀਡੀਆ ਦੇ ਸਹਿਯੋਗ ਨਾਲ ਔਰ ਸਾਡੇ ਪ੍ਰਯਾਸਾਂ ਦੇ ਨਾਲ ਸਾਡੀਆਂ ਸਮੱਸਿਆਵਾਂ ਦਾ ਹੱਲ ਹੋਏਗਾ। ਪੋਰਟਲ ਦੀ ਵਰਕਿੰਗ ਜਲਦੀ ਤੋਂ ਜਲਦੀ ਠੀਕ ਕਰਨੀ ਯਕੀਨੀ ਬਣਾਈ ਜਾਏਗੀ। ਪੋਰਟਲ ਦੀ ਦਿੱਕਤ ਇਹ ਸ਼ੁਰੂ ਤੋਂ ਹੀ ਆ ਰਹੀ ਹੈ। ਅੱਜ ਮੇਰੇ ਖਿਆਲ ਦੇ ਵਿੱਚ 60 ਦਿਨ ਹੋ ਚੁੱਕੇ ਨੇ, 70 ਦਿਨ ਹੋ ਚੁੱਕੇ ਜਦੋਂ ਤੋਂ ਪੋਰਟਲ ਜਾਰੀ ਹੋਇਆ ਹੈ, ਉਦੋਂ ਤੋਂ ਪੋਰਟਲ ਸਹੀ ਤਰ੍ਹਾਂ ਵਰਕ ਨਹੀਂ ਕਰ ਪਾ ਰਿਹਾ। ਮੈਂ ਤੁਹਾਨੂੰ ਇੱਥੇ ਦੱਸਾਂਗਾ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸੀਏ ਵਿਸ਼ਾਲ ਗਰਗ ਵਰਸਸ ਯੂਨੀਅਨ ਆਫ ਇੰਡੀਆ ਦੇ ਫੈਸਲੇ ਦੇ ਵਿੱਚ ਇਹ ਕਿਹਾ ਸੀ ਕਿ 1/4 ਜਦੋਂ ਵੀ ਨਵੇਂ ਸਾਲ ਦੀ ਆਉਂਦੀ ਹੈ, ਜਿਵੇਂ ਕਿ ਇਸ ਸਾਲ ਦੀ 1/4/2021 ਆਈ ਹੈ, ਉਸ ਦੀ ਪਹਿਲੀ ਤਰੀਕ ਨੂੰ ਹੀ ਸਾਰੇ ਇਲੈਕਟ੍ਰੋਨਿਕ ਫਾਰਮਾਂ ਦਾ ਸਕੀਮਾ ਜਾਰੀ ਕਰ ਦਿੱਤਾ ਜਾਵੇ। ਪਰ ਹਲੇ ਤੱਕ ITR 2, 3, 4, 5, 7 ਦਾ ਸਕੀਮਾ ਵੀ ਜਾਰੀ ਨਹੀਂ ਹੋਇਆ। ਸਰਕਾਰ ਨੇ ਕਾਨੂੰਨ ਬਣਾਇਆ ਕਿ ਚੈਰੀਟੇਬਲ ਆਰਗੇਨਾਈਜੇਸ਼ਨ ਦੀ ਰਜਿਸਟ੍ਰੇਸ਼ਨ ਨਵੇਂ ਸਿਰੇ ਤੋਂ ਕਰਾਈ ਜਾਵੇ, ਉਹ ਫਾਰਮ ਨਹੀਂ ਭਰੇ ਜਾ ਰਹੇ। ਜੇ ਮੈਂ ਚਾਹੁੰਦਾ ਕਿ ਮੇਰਾ TDS ਘੱਟ ਕੱਟਿਆ ਜਾਵੇ, ਉਹਦੇ ਲਈ 195 ਸੈਕਸ਼ਨ 197 ਸੈਕਸ਼ਨ ਦੇ ਵਿੱਚ ਐਪਲੀਕੇਸ਼ਨ ਲੱਗਦੀ ਹੈ, ਉਹ ਐਪਲੀਕੇਸ਼ਨ ਫਾਈਲ ਨਹੀਂ ਹੋ ਪਾ ਰਹੀ। ਔਰ ਇੱਥੇ ਤੱਕ ਕਿ ਜਿਹੜੀਆਂ ਮੇਰੀਆਂ ਪਹਿਲਾਂ ਦੇ ਜਵਾਬ ਦਾਇਰ ਕੀਤੇ ਹੋਏ ਨੇ ਉਹ ਵੀ ਪੋਰਟਲ 'ਤੇ ਦਿਖਾਈ ਨਹੀਂ ਦੇ ਰਹੇ। ਇਹ ਸਾਰੀਆਂ ਸਮੱਸਿਆਵਾਂ ਨਾਲ ਦੋ ਕੰਮ ਨੁਕਸਾਨ ਹੋ ਰਹੇ ਨੇ। ਇੱਕ ਤਾਂ ਅਸੀਂ ਆਪਣੀ ਟੈਕਸ ਦੀ ਕੰਪਲਾਇੰਸ ਨਹੀਂ ਕਰ ਪਾ ਰਹੇ, ਜਿਹੜੀਆਂ ਮੈਂ ਰੂਟੀਨ ਦੇ ਵਿੱਚ ਰਿਟਰਨਸ ਫਾਈਲ ਕਰਨੀਆਂ ਨੇ, ਮੇਰਾ ਰਿਫੰਡ ਆਉਣਾ। ਇੱਕ ਜਿਹੜੀ ਮੇਰੀ ਜ਼ਰੂਰੀ ਹੈ ਮੇਰੇ ਵੱਲੋਂ, ਜਿੱਦਾਂ 148 ਸੈਕਸ਼ਨ ਦੇ ਅੰਦਰ ਇੱਕ ਨੋਟਿਸ ਆਉਂਦਾ ਹੈ, ਉਹਦੇ ਜਵਾਬ ਦੇ ਵਿੱਚ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਮੈਨੂੰ ਰਿਟਰਨ ਭਰਨੀ ਪੈਂਦੀ ਹੈ। ਨੋਟਿਸ ਤਾਂ ਆ ਜਾਂਦਾ ਪਰ ਉਹ ਨੋਟਿਸ ਬਾਈ ਪੋਸਟ ਆ ਗਿਆ, ਪਰ ਮੈਂ ਉਹਦੇ ਜਵਾਬ ਦੇ ਵਿੱਚ ਜਿਹੜੀ ਆਪਣੀ ਰਿਟਰਨ ਦਾਖਲ ਕਰਨਾ ਚਾਹੁੰਦਾ ਉਹ ਰਿਟਰਨ ਦਾਖਲ ਵੀ ਨਹੀਂ ਕਰ ਪਾ ਰਿਹਾ। ਉਹ ਰਿਟਰਨ ਦਾਖਲ ਕਰਨ ਦੀ ਨਿਸ਼ਚਿਤ ਮਿਤੀ ਨਿਕਲੀ ਜਾ ਰਹੀ ਹੈ। ਤਾਂ ਸਾਨੂੰ ਡਰ ਹੈ ਕਿ ਕੱਲ੍ਹ ਨੂੰ ਇਹ ਕੇਸ ਜਿਹੜੇ ਕੱਲ੍ਹ ਨੂੰ ਰਿਟਰਨ ਨਾ ਦਾਖਲ ਕਰਨ ਦੇ ਨਾਲ ਕੋਈ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਕਰਦਾਤਾ ਜ਼ਿਆਦਾ ਨਾ ਫਸ ਜਾਵੇ। ਇਸ ਲਈ ਸਾਡੀ ਗੁਜ਼ਾਰਿਸ਼ ਹੈ ਕਿ ਜਲਦੀ ਤੋਂ ਜਲਦੀ ਇਹ ਪੋਰਟਲ ਦੀਆਂ ਸਮੱਸਿਆਵਾਂ ਨੂੰ, ਤਕਨੀਕੀ ਸਮੱਸਿਆਵਾਂ ਨੂੰ ਠੀਕ ਕੀਤਾ ਜਾਵੇ। ਇਹ ਸਾਰੀਆਂ ਸਮੱਸਿਆਵਾਂ ਤਕਨੀਕੀ ਸਤਰ 'ਤੇ ਨੇ। ਬਿਲਕੁਲ ਜੀ, ਬਿਲਕੁਲ ਜੀ। ਅਸੀਂ ਪਹਿਲਾਂ ਵੀ ਅਸੀਂ ਮੈਮੋਰੈਂਡਮ ਸਾਡੀਆਂ ਅਲੱਗ-ਅਲੱਗ ਐਸੋਸੀਏਸ਼ਨ ਨੇ ਦਿੱਤੇ। ਅੱਜ ਵੀ ਸਾਡੇ ਕੋਲ ਡਿਸਟ੍ਰਿਕਟ ਟੈਕਸੇਸ਼ਨ ਬਾਰ ਐਸੋਸੀਏਸ਼ਨ, ਇੰਡਾਇਰੈਕਟ ਟੈਕਸ ਕੰਸਲਟੈਂਟ ਐਸੋਸੀਏਸ਼ਨ, ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ, ਸਾਰੇ ਦੇ ਨੁਮਾਇੰਦੇ ਸਾਡੇ ਨਾਲ ਖੜੇ ਨੇ। ਔਰ ਪਿੱਛੇ ਜੇ ਸ਼੍ਰੀਮਤੀ ਨਿਰਮਲਾ ਸੀਤਾਰਮਨ ਜੀ ਮਾਨਯੋਗ ਕੇਂਦਰੀ ਵਿੱਤ ਮੰਤਰੀ ਜੀ ਨੇ ਵੀ ਇੱਕ TCS ਨੂੰ ਜਾਰੀ ਟਵੀਟ ਕਰਕੇ ਕਿਹਾ ਸੀ ਕਿ ਇਹਨਾਂ ਨੂੰ ਸਮੱਸਿਆਵਾਂ ਨੂੰ ਜਲਦੀ ਦੂਰ ਕੀਤਾ ਜਾਵੇ। ਪਰ ਉਸ ਤੋਂ ਬਾਅਦ ਵੀ ਮੇਰੇ ਖਿਆਲ ਦੇ ਵਿੱਚ 29 ਦਿਨ ਬੀਤ ਚੁੱਕੇ ਨੇ, ਹਾਲੇ ਤੱਕ ਉਹ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ। ਪਰ ਸਾਨੂੰ ਪੂਰਾ ਗਰਵ ਹੈ ਤੁਹਾਡੇ ਲੋਕਾਂ 'ਤੇ, ਮੀਡੀਆ 'ਤੇ
ਪਬਲਿਕ ਵੀ ਸਾਡੇ ਸਾਥ ਹੈ, ਐਸੋਸੀਏਸ਼ਨ ਟ੍ਰੇਡ ਵੀ ਹੈ ਸਾਡੇ ਨਾਲ ਹੈ, ਤੇ ਇਹ ਜਲਦੀ ਤੋਂ ਜਲਦੀ ਸਮੱਸਿਆਵਾਂ ਦਾ ਹੱਲ ਹੋਏਗਾ, ਕਿਉਂਕਿ ਜੇ ਨਹੀਂ ਹੋਏਗਾ ਤਾਂ ਸਮੱਸਿਆਵਾਂ ਵੱਧ ਜਾਂਦੀਆਂ ਨੇ। ਜੇ ਅਸੀਂ ਇੱਕ ਚੀਜ਼ ਨੂੰ ਅੱਜ ਠੀਕ ਨਹੀਂ ਕਰਦੇ ਤਾਂ ਕੱਲ ਨੂੰ ਵੱਧ ਜਾਂਦੀ ਹੈ। ਮੈਂ ਆਪਣੀਆਂ ਕੁੱਲ ਰਿਟਰਨਾਂ ਜਿਹੜੀਆਂ ਇਨਕਮ ਟੈਕਸ ਦੀਆਂ ਨੇ ਮੈਂ ਕਿੰਨੀ ਤਰੀਕ ਤੱਕ ਭਰ ਪਾਵਾਂਗਾ, ਕੁੱਲ ਆਡਿਟ ਕਦੋਂ ਕਰ ਪਾਵਾਂਗਾ, ਕਰਦਾਤਾ ਕਦੋਂ ਤੱਕ ਸਮੱਸਿਆ ਦੇ ਵਿੱਚ ਗ੍ਰਸਤ ਰਹੇਗਾ, ਔਰ ਕੱਲ ਨੂੰ ਨੋਟਿਸਿਸ ਵਧਣਗੇ। ਈਜ਼ ਆਫ ਡੂਇੰਗ ਬਿਜ਼ਨਸ ਲਈ ਜ਼ਰੂਰੀ ਹੈ ਕਿ ਅਸੀਂ ਟੈਕਨੀਕ ਨੂੰ ਬਹੁਤ ਠੀਕ ਰੱਖੀਏ। ਉਹ ਇਹ ਹੈ ਕਿ 31/3/2021 ਦੀ ਰਿਟਰਨ ਨਾ ਜਾਣ ਕਰਕੇ ਆਮ ਜਨਤਾ ਨੇ ਅੱਜ ਜੇ ਕਿਸੇ ਨੇ ਹਾਊਸਿੰਗ ਲੋਨ ਲੈਣਾ ਹੈ ਤੇ ਬੈਂਕ 3 ਸਾਲ ਦੀਆਂ ਰਿਟਰਨਾਂ ਮੰਗਦਾ ਹੈ। ਅਗਰ ਉਹਦੇ ਕੋਲ 2 ਸਾਲ ਦੀ ਰਿਟਰਨ ਹੈ ਤੇ ਤੀਜੇ ਸਾਲ ਦੀ ਰਿਟਰਨ ਨੂੰ ਨਹੀਂ ਭਰ ਪਾਉਂਦਾ, ਤੇ ਜੇ ਉਹਨੇ ਆਲਰੇਡੀ ਕਿਸੇ ਮਕਾਨ ਨੂੰ ਖਰੀਦਣ ਦਾ ਬਿਆਨਾ ਕੀਤਾ ਹੋਇਆ ਤੇ ਬੈਂਕ ਤੋਂ ਜੇ ਉਹਨੂੰ ਲੋਨ ਨਾ ਮਿਲਿਆ ਤੇ ਉਹਦਾ ਬਿਆਨਾ ਵੀ ਕਿਸੇ ਵਕਤ ਮਰ ਸਕਦਾ ਹੈ। ਇਸੇ ਤਰ੍ਹਾਂ ਕਿਸੇ ਨੇ ਕੋਈ ਕਾਰ ਖਰੀਦਣੀ ਹੈ, ਇਸੇ ਤਰ੍ਹਾਂ ਕਿਸੇ ਨੇ ਕੋਈ ਹੋਰ ਆਪਣੀ ਲਿਮਿਟ ਲੈਣੀ ਹੈ, ਇਸੇ ਤਰ੍ਹਾਂ ਕਿਸੇ ਨੇ ਬਾਹਰ ਵਿਦੇਸ਼ ਜਾਣਾ ਹੈ ਤੇ ਉਹਦੇ ਲਈ 3 ਸਾਲ ਦੀਆਂ ਰਿਟਰਨਾਂ ਸਾਰੇ ਡਿਪਾਰਟਮੈਂਟ ਮੰਗਦੇ ਆ। ਪਰ ਜੇ ਕਿਸੇ ਦੇ ਕੋਲ ਤੀਜੇ ਸਾਲ ਦੀ ਰਿਟਰਨ ਜਾਂ ਲੇਟੈਸਟ ਰਿਟਰਨ ਅਗਰ ਅਵੇਲੇਬਲ ਨਹੀਂ ਹੈ ਤੇ ਉਸ ਕਰਕੇ ਉਹਨੂੰ ਬਹੁਤ ਵੱਡੀ ਪਰੇਸ਼ਾਨੀ ਆ ਰਹੀ ਹੈ। ਇਹ ਆਮ ਜਨਤਾ ਦੀ ਪਰੇਸ਼ਾਨੀ ਹੈ। ਔਰ ਅਸੀਂ ਚਾਰਟਰਡ ਅਕਾਊਂਟੈਂਟ ਜਿਨ੍ਹਾਂ ਨੂੰ 30 40 50 ਸਾਲ ਹੋ ਗਏ, ਅਗਰ ਸਾਡੇ ਕੋਲੋਂ ਪੋਰਟਲ ਨਹੀਂ ਚੱਲ ਪਾ ਰਿਹਾ ਤੇ ਜਿਹੜਾ ਸਾਡੇ ਸਰਕਾਰ ਦਾ ਈਜ਼ ਆਫ ਡੂਇੰਗ ਬਿਜ਼ਨਸ, ਈਜ਼ ਆਫ ਡੂਇੰਗ ਵਰਕ ਦਾ ਜਿਹੜਾ ਨਾਰਾ ਹੈ ਉਹ ਨਾਰਾ ਪੂਰੀ ਤਰ੍ਹਾਂ ਫੇਲ ਹੈ। ਬਹੁਤ ਧੰਨਵਾਦ। ਉਹ ਸਿਰਫ ਜੁਮਲੇਬਾਜ਼ੀ ਹੈ ਜੀ। ਸਾਡੀ ਤਾਂ ਸਰਕਾਰ ਨੇ, ਮੈਨੂੰ ਇਹ ਲੱਗਦਾ ਹੈ ਕਿ ਹੁਣ ਤਾਂ ਸਰਕਾਰ ਆਫੀਸ਼ੀਅਲੀ ਆਪ ਹੀ ਐਗਰੀ ਕਰ ਗਈ ਕਿ ਜੀ ਬਹੁਤ ਸਾਰੇ ਜੁਮਲੇ ਹੈ ਜਿਹੜੇ ਕਿ ਬੋਲੇ ਜਾਂਦੇ ਆ, ਜਿਹੜੇ ਮਾਈਕ ਤੇ ਬੋਲੇ ਜਾਂਦੇ ਆ, ਮੀਡੀਆ ਲਈ ਬੋਲੇ ਜਾਂਦੇ ਆ, ਜਨਤਾ ਦੇ ਲਈ ਬੋਲੇ ਜਾਂਦੇ ਆ, ਵੋਟਾਂ ਦੇ ਲਈ ਬੋਲੇ ਜਾਂਦੇ ਆ, ਵਿਦੇਸ਼ਾਂ ਨੂੰ ਸੁਣਾਉਣ ਲਈ ਬੋਲੇ ਜਾਂਦੇ ਆ ਕਿ ਜਿੱਦਾਂ ਕਾਲੇ ਤਨ ਦਾ ਜੁਮਲਾ ਸੀਗਾ ਜਾਂ 15 ਲੱਖ ਦਾ ਜੁਮਲਾ ਸੀਗਾ, ਹੋਰ ਮੈਂ ਕਿੰਨੇ ਜੁਮਲੇ ਗਿਣਾਵਾਂ। ਉਹ ਸਾਰੇ ਜੁਮਲੇ ਇਹ ਉਸੇ ਤਰ੍ਹਾਂ ਇਹ ਈਜ਼ ਆਫ ਡੂਇੰਗ ਵਰਕ, ਈਜ਼ ਆਫ ਡੂਇੰਗ ਬਿਜ਼ਨਸ ਇਸ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਜੁਮਲਾ। ਜਿੱਦਾਂ ਕਿ ਮੈਂ ਆਪਣੇ ਜਦੋਂ ਮੈਂ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ, ਮੈਂ ਤੁਹਾਨੂੰ ਕਿਹਾ ਸੀ ਕਿ ਮੀਡੀਆ ਜਿਹੜਾ ਹੈਗਾ ਉਹ 4th ਪਿਲਰ ਹੈ ਡੈਮੋਕ੍ਰੇਸੀ ਦਾ। ਮੀਡੀਆ ਤੋਂ ਬਿਨਾ ਇਹ ਡੈਮੋਕ੍ਰੇਸੀ ਨਹੀਂ ਚੱਲ ਸਕਦੀ। ਪਰ ਤੁਸੀਂ ਸਾਰੇ ਜਾਣੂ ਹੋ ਕਿ ਅੱਜ ਮੀਡੀਆ ਦੇ ਨਾਲ ਵੀ ਕੀ ਹੋ ਰਿਹਾ। ਮੀਡੀਆ ਵੀ ਬਹੁਤ ਕੰਫਰਟੇਬਲ ਨਹੀਂ ਹੈ। ਮੀਡੀਆ ਦੇ ਉੱਤੇ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਆਂਚ ਆ ਰਹੀ ਹੈ। ਮੀਡੀਆ ਵੀ ਅੰਡਰ ਡਿਸਟ੍ਰੈਸ ਹੈ। ਤੋ ਇਹ ਕੋਈ ਅੱਛਾ ਨਹੀਂ ਹੋ ਰਿਹਾ। ਇਹਨਾਂ ਨੂੰ ਕੁਝ ਸ਼ੁਰੂ ਕਰਨ ਤੋਂ ਪਹਿਲਾਂ ਘੱਟੋ ਘੱਟ ਸਲਾਹ ਲਿੱਤੀ ਜਾ ਸਕਦੀ ਹੈ, ਐਕਸਪਰਟ ਓਪੀਨੀਅਨ ਲਿੱਤਾ ਜਾ ਸਕਦਾ ਹੈ, ਲੋਕਾਂ ਦੇ ਕੋਲੋਂ ਗਾਈਡੈਂਸ ਲਿੱਤੀ ਜਾ ਸਕਦੀ ਹੈ ਕਿ ਕੀ ਕੀਤਾ ਜਾਵੇ। ਜਿੱਦਾਂ ਬੜਾ ਸੌਖਾ ਤਰੀਕਾ ਸੀਗਾ ਜਦੋਂ ਇਹਨਾਂ ਨੇ ਬੈਂਕ ਮਰਜ ਕੀਤੇ, ਮੰਨ ਲਓ 3 ਬੈਂਕ ਮਰਜ ਕੀਤੇ, ਇੱਕ ਬੈਂਕ ਦੀ ਸਾਈਟ ਦੇ ਉੱਤੇ ਤਿੰਨੋਂ ਬੈਂਕਾਂ ਦੀ ਸਾਈਟ ਪਾਤੀ। ਤੁਸੀਂ ਜਿਹੜੇ ਬੈਂਕ ਦੇ ਕਸਟਮਰ ਸੀਗੇ ਪੁਰਾਣੇ ਦੇ, ਉਹਦੇ ਉੱਤੇ ਕਲਿੱਕ ਕਰੋ ਤੇ ਆਪਣਾ ਕੰਮ ਕਰ ਲਓ। ਸਿਮਿਲਰਲੀ ਅਗਰ ਇਹਨਾਂ ਨੇ ਇਨਕਮ ਟੈਕਸ ਦਾ ਨਵਾਂ ਪੋਰਟਲ ਲੈ ਕੇ ਵੀ ਆਉਣਾ ਸੀਗਾ, ਬੜਾ ਸੌਖਾ ਤਰੀਕਾ ਸੀਗਾ, ਨਵਾਂ ਪੋਰਟਲ ਲਾਂਚ ਕਰ ਦਿੰਦੇ, ਉਹਦੇ ਵਿੱਚ ਹੀ ਪੁਰਾਣੇ ਪੋਰਟਲ ਦਾ ਲਿੰਕ ਪਾ ਦਿੰਦੇ ਵੀ ਜਦੋਂ ਤੱਕ ਨਵਾਂ ਪੋਰਟਲ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ ਉਦੋਂ ਤੱਕ ਤੁਸੀਂ ਪੁਰਾਣੇ ਪੋਰਟਲ ਦੇ ਥਰੂ ਕੰਮ ਕਰੀ ਜਾਓ। ਜਿਸ ਦਿਨ ਨਵਾਂ ਪੋਰਟਲ ਕੰਮ ਕਰ ਜਾਏਗਾ ਉਹ ਸਾਰਾ ਡਾਟਾ ਉੱਤੇ ਟ੍ਰਾਂਸਫਰ ਹੋ ਜਾਏਗਾ। ਪੁਰਾਣੇ ਪੋਰਟਲ ਦੇ ਵਿੱਚ ਅਸੀਂ ਪਿਛਲੇ 12 15 18 ਸਾਲ ਤੋਂ ਕੰਮ ਕਰ ਰਹੇ ਸੀਗੇ, ਸਾਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਸੀਗੀ, ਬੜੇ ਆਰਾਮ ਨਾਲ ਕੰਮ ਹੋ ਰਿਹਾ ਸੀਗਾ, ਬੜਾ ਵਧੀਆ ਕੰਮ ਹੋ ਰਿਹਾ ਸੀਗਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਭਾਰਤ ਸਰਕਾਰ ਨੇ ਜਿਹੜਾ ਇਹ ਨਵਾਂ ਪੋਰਟਲ ਲੈ ਕੇ ਆ ਰਹੇ ਆ, ਨਵੇਂ ਪੋਰਟਲ ਦੇ ਵਿੱਚ ਇੱਕ ਕੁਝ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਆ, ਕੁਝ ਨਵੀਂ ਇਨਫੋਰਮੇਸ਼ਨ ਲੈ ਕੇ ਆ ਰਹੇ ਆ। ਇਹ ਸਾਰਾ ਕੁਝ ਲਿੰਕ ਕਰ ਰਹੇ ਆ, ਬੈਂਕਾਂ ਨੂੰ ਲਿੰਕ ਕਰ ਰਹੇ ਆ, ਆਧਾਰ ਕਾਰਡ ਨੂੰ, ਪੈਨ ਕਾਰਡ ਨੂੰ, ਸਾਰਿਆਂ ਦੇ ਲਿੰਕ ਕਰ ਰਹੇ ਆ, ਤਾਂ ਕਿ ਜਿੱਥੇ ਵੀ ਕਿਸੇ ਬੰਦੇ ਦੀ ਕੋਈ ਟ੍ਰਾਂਜੈਕਸ਼ਨ ਹੋਏਗੀ ਉਹ ਸਾਰੀ ਟ੍ਰਾਂਜੈਕਸ਼ਨ ਇੱਕੋ ਜਗ੍ਹਾ ਬੋਲੇਗੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਭਾਰਤ ਸਰਕਾਰ ਦੀ ਜਿਹੜੀ ਪਲੈਨਿੰਗ ਹੈ, ਭਾਰਤ ਸਰਕਾਰ ਜਿਹੜਾ ਨਵਾਂ ਪੋਰਟਲ ਲੈ ਕੇ ਆ ਰਹੀ ਹੈ, ਉਹ ਆਉਣ ਵਾਲੇ ਟਾਈਮ 'ਚ ਅਗਰ ਜਿਸ ਢੰਗ ਨਾਲ ਇਹ ਪੋਰਟਲ ਬਣਾਇਆ ਗਿਆ ਹੈ, ਅਗਰ ਉਸ ਢੰਗ ਨਾਲ ਇਹ ਪੋਰਟਲ ਕੰਮ ਕਰਦਾ ਹੈ, ਉਹ ਪ੍ਰੋਫੈਸ਼ਨਲਸ ਦੇ ਲਈ ਵੀ ਔਰ ਜਨਤਾ ਦੇ ਲਈ ਵੀ ਬਹੁਤ ਜ਼ਿਆਦਾ ਹੈਲਪਫੁਲ ਹੋਏਗਾ। ਲੇਕਿਨ ਕਦੋਂ ਹੋਏਗਾ? ਸਵਾਲ ਤਾਂ ਇਹ ਹੈ ਜਿਹੜਾ ਕਿ 7 ਜੂਨ ਨੂੰ ਲਾਗੂ ਹੋ ਜਾਣਾ ਸੀ, ਅੱਜ ਅਸੀਂ 15 ਜੁਲਾਈ 'ਚ ਖੜੇ ਹਾਂ, ਸਵਾ ਮਹੀਨਾ ਬੀਤ ਗਿਆ ਔਰ 31 ਜੁਲਾਈ ਲਾਸਟ ਡੇਟ ਹੈ ਰਿਟਰਨ ਭਰਨ ਦੀ। ਔਰ ਉਸ ਤੋਂ ਬਾਅਦ ਜਿਹੜਾ ਬੰਦਾ, ਮੰਨ ਲਓ ਤੁਸੀਂ ਅੱਜ 31 ਜੁਲਾਈ ਦੀ ਰਿਟਰਨ ਭਰਨੀ ਹੈ, ਤੁਹਾਡਾ 5000 ਰੁਪਏ ਟੈਕਸ ਬਣਦਾ ਹੈ ਔਰ ਤੁਹਾਡੀ ਰਿਟਰਨ ਅਗਰ 31 ਜੁਲਾਈ ਤੋਂ ਬਾਅਦ ਜਾਂਦੀ ਹੈ ਤੇ ਤੁਹਾਨੂੰ ਉਹਦੇ ਉੱਤੇ 18% ਵਿਆਜ ਦੇਣਾ ਪਏਗਾ। ਔਰ ਉਹ ਵਿਆਜ ਮਾਫ ਕਰਨ ਦੀ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਈ ਕਿ ਅਗਰ ਤੁਸੀਂ 31 ਜੁਲਾਈ ਤੋਂ ਬਾਅਦ ਰਿਟਰਨ ਭਰਦੇ ਹੋ ਤਾਂ ਤੁਹਾਡਾ ਵਿਆਜ ਵੀ ਮਾਫ ਹੋ ਜਾਏਗਾ। ਇੱਦਾਂ ਦਾ ਕੁਝ ਨਹੀਂ ਹੋਇਆ। ਹਾਂਜੀ, ਜਲਦਬਾਜ਼ੀ 'ਚ ਲਾਂਚ ਕੀਤਾ ਗਿਆ, ਪੂਰੀ ਕਾਰਵਾਈ ਨਹੀਂ ਕੀਤੀ ਗਈ। ਜਿੱਦਾਂ ਕਿ ਹੋਰ ਵੀ, ਅਗਰ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਕਿ ਜਿਹੜੇ ਪਹਿਲਾਂ ਵੀ ਕਈ ਇਹੋ ਜਿਹੇ ਡਿਸੀਜਨ ਲਿੱਤੇ ਗਏ ਹੈ ਕਿ ਜਿਨ੍ਹਾਂ ਦੇ ਵਕਤ ਜਦੋਂ ਉਹਨਾਂ ਨੂੰ ਲਾਗੂ ਕੀਤਾ ਗਿਆ, ਉਹਨੂੰ ਲਾਗੂ ਕਰਨ ਤੋਂ ਪਹਿਲਾਂ ਹੋਮਵਰਕ ਨਹੀਂ ਕੀਤਾ ਗਿਆ। ਉਹਨਾਂ ਨੂੰ ਅਗਰ ਪਹਿਲਾਂ ਲਾਗੂ ਕਰਨ ਤੋਂ ਪਹਿਲਾਂ ਹੋਮਵਰਕ ਕੀਤਾ ਜਾਵੇ, ਜਿੱਦਾਂ ਕਿ ਮੈਂ ਪਹਿਲਾਂ ਵੀ ਕਹਿ ਰਿਹਾ ਕਿ ਪ੍ਰੋਫੈਸ਼ਨਲ ਤੋਂ ਹੈਲਪ ਲੈ ਲਓ। ਅਸੀਂ ਪ੍ਰੋਫੈਸ਼ਨਲ ਹਰ ਵਕਤ ਸਰਕਾਰ ਦੇ ਨਾਲ ਖੜੇ ਹਾਂ, ਮੋਢੇ ਨਾਲ ਮੋਢਾ ਲਗਾ ਕੇ ਖੜੇ ਹਾਂ। ਅਸੀਂ ਡਿਪਾਰਟਮੈਂਟ ਵਾਲੇ ਸਾਡੇ ਕੋਲੋਂ ਕਿਸੇ ਚੀਜ਼ ਦੇ ਬਾਰੇ ਕੋਈ ਹੈਲਪ ਮੰਗਦੇ ਆ, ਸਾਡੇ ਕੋਲੋਂ ਕੋਈ ਗਾਈਡੈਂਸ ਮੰਗਦੇ ਆ, ਅਸੀਂ ਹਰ ਵਕਤ ਤਿਆਰ ਹੈ, ਕਿਉਂਕਿ ਸਾਡਾ ਤਾਂ ਕੰਮ ਹੀ ਹੈ, ਅਸੀਂ ਕਰਨਾ ਹੀ ਹੈ। ਔਰ ਇੱਕ ਪ੍ਰੋਫੈਸ਼ਨਲ ਜਿਹੜੇ ਨੇ, ਚਾਰਟਰਡ ਅਕਾਊਂਟੈਂਟਸ ਹੈ, ਐਡਵੋਕੇਟ ਹੈ, ਇਨਕਮ ਟੈਕਸ ਪ੍ਰੈਕਟੀਸ਼ਨਰ ਹੈ, ਅਸੀਂ ਸਾਰੇ ਜਨਤਾ ਤੇ ਡਿਪਾਰਟਮੈਂਟ ਤੇ ਸਰਕਾਰ ਦੇ ਵਿੱਚ ਦੀ ਇੱਕ ਕੜੀ ਹੈ। ਜੋ ਉਹਨਾਂ ਦੀ ਪ੍ਰੋਬਲਮਸ ਅਸੀਂ ਉੱਥੇ ਪਹੁੰਚਾਉਣੀ ਹੈ। ਬਹੁਤ ਧੰਨਵਾਦ। ਜੈ ਹਿੰਦ। ਨਿਊਜ਼ ਇੰਡੀਆ ਟਾਈਮ ਲਈ ਬਿਊਰੋ ਰਿਪੋਰਟ ਲੁਧਿਆਣਾ।